ਤੁਸੀਂ ਸਾਂਝਾ ਪੰਜਾਬ ਲਾਈਵ ਵੇਖ ਰਹੇ ਹੋ ਤੇ ਮੈਂ ਤੁਹਾਡਾ ਨਾਮ ਮਨਦੀਪ ਖਰੋੜ ਤੇ ਮੇਰੇ ਨਾਲ ਸਹਿਯੋਗੀ ਧਰਮਿੰਦਰ ਸਿੰਘ ਮਹਿਰਾ ਜੀ ਤੇ ਸਾਡੇ ਨਾਲ ਮੌਜੂਦ ਨੇ। ਤੇ ਅੱਜ ਅਸੀਂ ਖੇੜੀ ਗੁਲਾਮ ਅਲੀ ਪਹੁੰਚੇ ਹੋਏ ਹਾਂ ਤੇ ਕੈਥਲ ਜ਼ਿਲ੍ਹੇ ਦਾ ਪਿੰਡ ਹੈ ਇਹ। ਆ ਵੇਖ ਸਕਦੇ ਹੋ ਪਿੱਛੇ ਜਿਵੇਂ ਵੇਖ ਰਹੇ ਹੋ ਕਿ ਬਾਬਾ ਜੀ ਬੈਠੇ ਹੋਏ ਨੇ ਤੇ 111 ਧੂਣੇ ਜਿਹੜੇ ਲੱਗੇ ਹੋਏ ਨੇ ਉਹ ਬਾਬਾ ਜੀ ਵੱਲੋਂ ਲੱਗੇ ਹੋਏ ਤੇ 4 ਧੂਣੇ ਜਿਹੜੇ ਲੱਗੇ ਹੋਏ ਪੰਚਾਇਤ ਵੱਲੋਂ ਲੱਗੇ ਹੋਏ ਨੇ ਇੱਥੇ। ਆ ਵੇਖ ਸਕਦੇ ਹੋ ਕਿ ਅੱਜ ਗੱਲ ਕਰੀਏ ਧਰਮਿੰਦਰ ਸਿੰਘ ਜੀ ਵੀ ਅੱਜ ਦੇ ਸਮੇਂ ਦੀ ਜਿਵੇਂ ਹੁਣ ਜੇਠ ਹਾੜ ਦਾ ਮਹੀਨਾ ਚੱਲ ਰਿਹਾ। ਗੱਲ ਐ ਮਨਦੀਪ ਜੀ ਦੇਖੋ ਹੈ ਨਾ, ਤਾਂ ਨਹੀਂ ਜੁੱਤੀ ਕੱਢੀ ਹੈਗੀ, ਮੈਂ ਜੁੱਤੀ ਕੱਢ ਕੇ ਖੜੇ ਇੱਥੇ। ਕਿੰਨੀ ਕੁ ਨੀਚੇ ਤਪਸ਼ ਪੈ ਰਹੀ ਆ, ਖੜਨਾ ਬੜਾ ਔਖਾ ਹੋਇਆ ਪਰ ਬਾਬਾ ਜੀ 111 ਧੂਣੀਆਂ ਲੱਗੀਆਂ ਉਹਦੇ ਅੰਦਰ ਬੈਠੇ ਨੇ। ਜਦੋਂ ਬਾਲਿਆ ਸੀ, ਜਦੋਂ ਅੱਗ ਲਾਈ ਸੀਗੀ ਤੇ ਧੂਣੀਆਂ ਦੇ ਵਿੱਚ ਉਸ ਟਾਈਮ ਤਾਂ ਬਹੁਤ ਜ਼ਿਆਦਾ ਹੀਟ ਸੀ। ਤਕਰੀਬਨ ਇਸ ਟਾਈਮ ਦਾ ਕੋਲਾ ਬਣ ਚੁੱਕਿਆ। ਜਿਹੜੇ ਧੂਣੇ ਉਹ ਬਲ ਰਹੇ ਸੀਗੇ ਤੇ ਹੁਣ ਜਿਹੜੀ ਉਹ ਅੱਗ ਥੋੜੀ ਠੰਡੀ ਪੈ ਚੁੱਕੀ ਆ। ਠੰਡੀ ਤਾਂ ਨਹੀਂ ਹੈਗੀ, ਤਕਰੀਬਨ ਅਜੇ ਵੀ ਸੇਕ ਬਹੁਤ ਜ਼ਿਆਦਾ ਸੇਕ ਉਹਦਾ ਬਣਿਆ ਹੋਇਆ। ਕਹਿਣ ਦਾ ਮਤਲਬ ਵੀ ਜੇ ਇੱਕ ਗੱਲ ਕਰੀਏ ਵੀ ਤੁਸੀਂ ਹੁਣ ਜਿਵੇਂ ਕਿਹਾ ਵੀ ਸਾਡੇ ਵੀ ਮੇਰੇ ਪੈਰਾਂ ਦੇ ਵਿੱਚ ਜੁੱਤੀ ਪਾਈ ਹੋਈ, ਤੁਸੀਂ ਜੁੱਤੀ ਨਹੀਂ ਪਾਈ ਹੋਈ ਤੇ ਇਹ ਤੁਹਾਨੂੰ ਅਨੁਭਵ ਹੋ ਰਿਹਾ ਇਸ ਚੀਜ਼ ਦਾ ਵੀ ਕਿੰਨਾ ਮਤਲਬ ਨੀਚੇ ਜਿਹੜੀ ਹੀਟ ਪੈ ਰਹੀ ਹੈ। ਤੇ ਐਵੇਂ ਦੇ ਵਿੱਚ ਮਤਲਬ ਇਹ ਜੇ ਗੱਲ ਸੋਚੀਏ ਤੇ ਸਮਝੀਏ ਤੇ ਇਨਸਾਨ ਨਹੀਂ ਹੋ ਸਕਦੇ ਤੇ ਕਿਸੇ ਮਤਲਬ ਐਡੀ ਕਰਨੀ ਹੈ ਜਿਹੜੀ ਸਾਧਾਂ ਦੀ ਸੰਤਾਂ ਦੀ ਤੇ ਇਹ ਕਿਸੇ ਪਰਮਾਤਮਾ ਤੋਂ ਜਿਵੇਂ ਕਹਿ ਦਿੰਦੇ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਕਿ ਪਰਮਾਤਮਾ ਨੂੰ ਜਿਹੜੀ ਉਹ ਭਗਤ ਦੀ ਮੰਨਣੀ ਪੈ ਜਾਂਦੀ ਹੈ। ਤੇ ਉਹ ਫਿਰ ਤੁਹਾਨੂੰ ਕੀ ਲੱਗਦਾ ਜਿਵੇਂ ਅੱਜ ਦੇਖਣ ਨੂੰ ਤਾਂ ਮਨਦੀਪ ਜੀ ਲੱਗਦਾ ਤਾਂ ਦੇਖਣ ਨੂੰ ਐਵੇਂ ਹੀ ਹੈ ਕਿ ਜਿੰਨੇ ਤਪਸ਼ ਦੇ ਵਿੱਚ ਜਿੰਨੇ ਇੱਥੋਂ ਦਾ ਜਿਹੜਾ ਅੰਦਰ ਦਾ ਟੈਂਪਰੇਚਰ ਹੈ ਘੱਟੋ ਘੱਟ ਵੀ 50+ ਹੈ ਨੋਰਮਲ ਜੇ ਟੈਂਪਰੇਚਰ ਦੀ। ਹਾਂ ਜਿਵੇਂ 47 ਚੱਲ ਰਿਹਾ ਜੀ, ਅੰਦਰ ਧੂਣੀਆਂ ਦੇ ਵਿੱਚ ਤਾਂ ਘੱਟੋ ਘੱਟ ਵੀ 50-60+ ਹੋਣਾ। ਜਿਵੇਂ ਹੁਣ ਤੁਸੀਂ ਟੈਂਪਰੇਚਰ ਦੀ ਗੱਲ ਕੀਤੀ ਹੈ, ਟੈਂਪਰੇਚਰ ਨੋਰਮਲ ਵੀ ਜੇ 35-40 ਦਾ ਟੈਂਪਰੇਚਰ ਤਾਂ ਨੋਰਮਲ ਵੀ ਚੱਲ ਰਿਹਾ ਜੀ, ਉਹਦੇ ਵਿੱਚ ਵੀ ਬੰਦਾ ਬਾਹਰ ਖੜ ਜਾਂਦਾ, ਉਦੋਂ ਵੀ ਚੱਕਰ ਆ ਜਾਂਦੇ ਨੇ। ਤੇ ਹੁਣ ਮਤਲਬ ਜੇ ਦੇਖਿਆ ਜਾਵੇ ਬਾਬਾ ਜੀ ਅੱਜ ਬਾਬਾ ਜੀ ਦਾ ਪਤਾ ਕੀਤਾ ਸੀਗਾ ਸੰਗਤ ਵੱਲੋਂ ਕਿ 1 ਮਹੀਨਾ ਜਿਹੜਾ ਬਾਬਾ ਜੀ ਨੂੰ ਹੋ ਚੁੱਕਿਆ ਇੱਥੇ ਬੈਠਿਆਂ ਨੂੰ ਅੰਦਰ ਧੂਣਿਆਂ ਦੇ ਵਿੱਚ। ਜਿਵੇਂ ਸਵੇਰੇ 11-12 ਵਜੇ ਬਾਬਾ ਜੀ ਅੰਦਰ ਬਹਿੰਦੇ ਨੇ, ਉਸ ਤੋਂ ਬਾਅਦ 2-2:30 ਵਜੇ ਬਾਬਾ ਜੀ ਆਪਣਾ ਜਿਹੜਾ ਸਥਾਨ ਆ ਉਹ ਅੰਦਰ ਸੰਗਤ ਦੇ ਨਾਲ ਆ ਕੇ ਜਿਹੜੇ ਮਿਲਦੇ ਨੇ। ਤੇ ਇਵੇਂ ਦੇ ਵਿੱਚ ਵੀ ਤੁਹਾਨੂੰ ਕੀ ਲੱਗਦਾ ਕਿ ਕਈ ਕੱਲ੍ਹ ਇੱਕ ਕਮੈਂਟ ਵੀ ਸੀਗਾ, ਮੈਂ ਲਾਈਵ ਕੀਤਾ ਸੀਗਾ ਸੁਨੀਲ ਧਰਮਿੰਦਰ ਜੀ ਤੇ ਤਾਂ ਹੀ ਅੱਜ ਇੱਥੇ ਪਹੁੰਚੀਆਂ। ਵੀਡੀਓ ਬਣਾਉਣ ਦਾ ਮਕਸਦ ਕੀ ਹੈ ਕਿ ਕੱਲ੍ਹ ਜਿਹੜੀ ਤੁਸੀਂ ਵੀਡੀਓ 'ਤੇ ਲਾਈਵ ਕੀਤਾ ਆ ਕਿ ਉਹਦੇ ਵਿੱਚ ਕੁਝ ਕਮੈਂਟ ਵੀ ਆਏ ਨੇ, ਬੈਡ ਕਮੈਂਟ ਵੀ ਆਏ ਨੇ ਕਿ ਅੰਧ ਵਿਸ਼ਵਾਸ ਹੈ ਜਾਂ ਇਹ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ। ਕੀ ਕਾਰਨ ਆ, ਅੰਦਰ ਬੈਠੇ ਨੇ ਕਿਉਂ ਬੈਠੇ ਨੇ, ਕਿੰਨਾ ਸਮਾਂ ਬੈਠੇ ਨੇ, ਪ੍ਰੋਪਰ ਕੀ ਗੱਲ ਕਰੀਏ ਉਸ ਕਮੈਂਟ ਨੂੰ ਮੈਂ ਰੀਡਿੰਗ ਕਰ ਰਿਹਾ ਸੀਗਾ, ਮੈਂ ਪੜ੍ਹਿਆ ਤੇ ਮੈਂ ਵੇਖਿਆ ਵੀ ਇਹ ਅੰਧ ਵਿਸ਼ਵਾਸ ਦੀ ਜਿਹੜੀ ਗੱਲ ਕਰ ਰਹੇ ਉਹ ਜਿਹੜੇ ਬੰਦੇ ਨੇ ਮਤਲਬ ਮੌਕੇ 'ਤੇ ਵੇਖਿਆ ਨਹੀਂ ਗਾ ਉਸ ਵਾਸਤੇ ਉਹ ਅੰਧ ਵਿਸ਼ਵਾਸ ਹੈ। ਹੁਣ ਅਸੀਂ ਮੈਂ ਮੌਕੇ 'ਤੇ ਵੇਖਿਆ, ਮੈਨੂੰ ਲੱਗਿਆ ਵੀ ਹਾਂ ਇਹ ਨਜ਼ਾਰਾ ਦਿਖਾਉਣ ਵਾਲਾ ਪਬਲਿਕ ਨੂੰ, ਤੇ ਮੈਂ ਉਹ ਪਬਲਿਕ ਨਾਲ ਸਾਂਝਾ ਕੀਤਾ। ਉਸ ਦੇ ਵਿੱਚ ਕੁਝ ਕਮੈਂਟ ਸੀਗੇ ਜਿਹੜੇ ਉਹ ਮਤਲਬ ਪੀਰਾਂ ਦੇ ਰਿਲੇਟਡ ਆਏ, ਕੁਝ ਆਏ ਸੀਗੇ ਵੀ ਅੰਧ ਵਿਸ਼ਵਾਸ ਦੇ ਕਾਰਨ ਹੀ ਜਿਹੜਾ ਇੰਡੀਆ ਉਹ ਪਿੱਛੇ ਰਹਿ ਗਿਆ। ਤੇ ਜੇ ਦੇਖਿਆ ਜਾਵੇ ਇੱਕ ਪਾਸੇ ਜਿਵੇਂ ਹੁਣ ਉੱਤੇ ਜੀ ਆਸਮਾਨ ਦੀ ਗੱਲ ਕਰੀਏ, ਆਸਮਾਨ ਦੀ ਗੱਲ ਕਰੀਏ ਤੇ ਆਸਮਾਨ ਦੇ ਮਤਲਬ ਜੇ ਸੱਚ ਤੇ ਝੂਠ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਹੈ ਤਾਂ ਪਰਮਾਤਮਾ ਉੱਤੇ ਖੜੇ। ਜੇ ਦੇਖਿਆ ਜਾਵੇ ਨੀਲਾ ਆਸਮਾਨ ਆ, ਇਹਦੇ ਨੀਚੇ ਕੋਈ ਸਮਝ ਨਹੀਂ ਸੀ ਮਤਲਬ ਇੱਕ ਮਕਾਨ ਬਣਾਉਣਾ ਹੋਵੇ, ਮਕਾਨ ਦੇ ਅੰਦਰ ਵੀ ਘੱਟ ਤੋਂ ਘੱਟ ਜੇ ਮਤਲਬ 30 ਫੁੱਟ ਦਾ ਪਾਇਆ ਉਹਦੇ ਵਿੱਚ ਵੀ 2 ਪਿੱਲਰ ਲਾਣੇ ਪੈ ਜਾਂਦੇ ਨੇ। ਤੇ ਜੇ ਮਤਲਬ ਆਸਮਾਨ ਦੀ ਗੱਲ ਕਰੀਏ ਤਾਂ ਆਸਮਾਨ ਮਤਲਬ ਬਿਨਾਂ ਪਿੱਲਰਾਂ ਤੋਂ ਬਿਨਾਂ ਉਸ ਤੋਂ ਮਤਲਬ ਕਿਵੇਂ ਖੜਿਆ। ਜਿਵੇਂ ਸਾਧ ਨੇ ਸੰਤ ਨੇ ਸਾਧੂ ਜੀ ਬੈਠੇ ਨੇ ਤੇ ਇਹਨਾਂ ਕਰਕੇ ਹੀ ਖੜਿਆ। ਜਿਵੇਂ ਹੁਣ ਅੱਜ ਜਗ੍ਹਾ ਤੇ ਵੇਖ ਸਕਦੇ ਹੋ ਤੁਸੀਂ ਜਿਵੇਂ ਸ਼ਕੀਲਾਂ ਲੱਗੀਆਂ ਹੋਈਆਂ ਨੇ ਆਉਂਦੇ ਜਦੋਂ ਆਪਾਂ ਪਟਿਆਲੇ ਤੋਂ ਚੱਲਦੇ ਘੱਟੋ ਘੱਟ ਵੀ 15-20 ਜਗ੍ਹਾ ਸ਼ਕੀਲਾਂ ਰੋਕ ਕੇ ਲੋਕ ਹਨ। ਤਕਰੀਬਨ ਸੁਣਨ 'ਚ ਇਹ ਵੀ ਆਉਂਦਾ ਕਿ ਜਿੰਨੀ ਵੀ ਬਾਹਰਲੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਕੁਦਰਤੀ ਕਰੋਪੀ ਹੈ ਕਿ ਜਿਵੇਂ ਤੂਫਾਨ ਆ ਜਾਣਾ ਜਾਂ ਹੋਰ ਕਈਆਂ ਗੋਲੇ ਜਿਵੇਂ ਬਰਫ਼ ਦੇ ਗੋਲੇ ਵਰਦੇ ਨੇ ਜਾਂ ਹੋਰ ਕੋਈ ਜਿਵੇਂ ਲਾਵਾ ਵਗੈਰਾ ਹੋ ਗਿਆ। ਉਹ ਕਹਿੰਦੇ ਨੇ ਸਿਰਫ ਇੱਕ ਇੰਡੀਆ ਦੇ ਵਿੱਚ ਨਹੀਂ ਹੈਗੇ। ਕਿਉਂ ਨਹੀਂ ਹੈਗੇ? ਕਹਿੰਦੇ ਇੱਥੇ ਅੱਜ ਵੀ ਬੇਸ਼ੱਕ ਜੀ ਕਲਯੁਗ ਹੈ ਪਰ ਅੱਜ ਵੀ ਇੱਥੇ ਧਰਮ ਦੇ ਨਾਮ 'ਤੇ ਕਹਿ ਲਓ ਚਾਹੇ ਇਨਸਾਨੀਅਤ ਦੇ ਨਾਮ 'ਤੇ ਕਹਿ ਲਓ ਦਾਨ ਪੁੰਨ ਜ਼ਿਆਦਾ ਹੈ, ਇਸ ਕਰਕੇ ਇੱਥੇ ਕੁਦਰਤੀ ਕਰੋਪੀ ਘੱਟ ਹੈ। ਪਰ ਜ਼ਿਆਦਾ ਸਮਾਂ ਇੱਥੇ ਖੜਿਆ ਨਹੀਂ ਜਾ ਰਿਹਾ। ਧਰਤੀ ਬਹੁਤ ਗਰਮ ਹੈ। ਆਪਾਂ ਤਕਰੀਬਨ ਲੋਕਾਂ ਨਾਲ ਜਾ ਕੇ ਗੱਲ ਕਰਦੇ ਹਾਂ, ਇੱਥੋਂ ਦੇ ਜੋ ਵਾਸੀ ਨੇ ਜੋ ਇੱਥੋਂ ਰਹਿਣ ਵਾਲੇ ਨੇ, ਕਿਵੇਂ ਇਹ ਬਾਬਾ ਜੀ ਇੱਥੇ ਬੈਠੇ ਨੇ, ਕੀ ਮਕਸਦ ਹੈ ਇਹਨਾਂ ਦਾ ਬੈਠਣ ਦਾ, ਕੀ ਇਹ ਸਾਬਤ ਕਰਨਾ ਚਾਹੁੰਦੇ ਨੇ। ਤੇ
ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਪਿੰਡ ਵਾਸੀਆਂ ਦਾ ਬਹੁਤ ਵੱਡਾ ਇਕੱਠ ਹੈ, ਸੰਗਤ ਇੱਥੇ ਬਹੁਤ ਵੱਡੇ ਪੱਧਰ ਤੇ ਪਹੁੰਚੀ ਹੋਈ ਹੈ। ਕੀ ਉਹਨਾਂ ਦੀ ਇਸ ਬਾਬਾ ਜੀ ਦੇ ਜੋ ਅੰਦਰ ਬੈਠੇ ਨੇ ਮਨਸਾ ਨੂੰ ਲੈ ਕੇ ਕੀ ਸੋਚ ਹੈ, ਕੀ ਵਿਚਾਰ ਨੇ, ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਵਿਜੇ ਗਰਗ ਹੈ ਜੀ ਨਾਮ। ਸਤਿ ਸ਼੍ਰੀ ਅਕਾਲ। ਸਵਾਗਤ ਜੀ ਸਾਂਝਾ ਪੰਜਾਬ ਲਾਈਵ ਤੇ। ਧੰਨਵਾਦ ਜੀ ਇੱਥੇ ਆਉਣ ਵਾਸਤੇ ਤੁਹਾਡਾ। ਇੱਥੇ ਜਿਵੇਂ ਕਿ ਇਹ ਬਾਬਾ ਜੀ ਬੈਠੇ ਨੇ, ਸਾਰਿਆਂ ਤੋਂ ਪਹਿਲਾਂ ਇਹਨਾਂ ਦਾ ਨਾਮ ਕੀ ਹੈ? ਇਹਨਾਂ ਦਾ ਨਾਮ ਹੈ ਮਹੰਤ ਅਸ਼ਵਨੀਪੁਰੀ ਹੈ ਜੀ ਨਾਮ ਇਹਨਾਂ ਦਾ। ਇਹ ਆਪਣਾ ਬਾਬਾ ਦੇਵਪੁਰੀ ਮੰਦਿਰ 'ਚ ਹੈ ਖੇੜੀ ਗੁਲਾਮਵਾਲੀ 'ਚ। ਇੱਥੇ ਜਿੰਦੀ ਸਮਾਧੀ ਹੈ ਜੀ, ਲਗਭਗ 400 ਜਾਂ 500 ਵਰਸ਼ ਪੁਰਾਣੀ ਸਮਾਧੀ ਹੈ। ਤਾਂ ਇਹਨਾਂ ਦੀ 51 ਦਿਨ ਦੀ ਤਪੱਸਿਆ ਹੈ। ਤਾਂ 111 ਧੂਣੇ ਲਗਾਏ ਹੋਏ ਨੇ, ਉਹਨਾਂ ਦੇ ਵਿੱਚ 2 ਘੰਟੇ 15 ਮਿੰਟ ਅੰਦਰ ਬੈਠਦੇ ਨੇ। ਉਸ ਤੋਂ ਬਾਅਦ ਇਹ ਆਪਣਾ ਉੱਥੋਂ ਉੱਠ ਕੇ ਇੱਥੇ ਆਪਣੇ ਆਂਦੇ ਆਸ਼ਰਮ 'ਚ ਆਉਂਦੇ ਨੇ, ਇੱਥੇ ਹੀ ਰਹਿੰਦੇ ਨੇ। ਹਾਂ, ਕਿੰਨਾ ਸਮਾਂ ਹੋ ਗਿਆ ਅੱਜ? ਕਿੰਨੇ ਦਿਨ ਹੋ ਗਏ ਇੱਥੇ ਬੈਠੇ ਨੂੰ? 32ਵਾਂ ਦਿਨ ਹੈ ਜੀ ਇਹਨਾਂ ਦਾ। ਹਾਂਜੀ, ਪਰ ਧੂਣੇ 'ਚ 80 ਗੋਸੇ ਹੈ ਜੀ ਅੱਜ। ਕੱਲ ਨੂੰ 82 ਹੋ ਜਾਣਗੇ ਪਰ ਧੂਣੇ 'ਚ, ਯਾਨੀ ਕਿ 111 ਧੂਣੇ, ਅੱਜ 80 ਗੋਸੇ ਡਿਵਾਈਡ ਬਾਏ ਲਗਭਗ 9000 ਦੇ ਕਰੀਬ ਬਣਦੇ ਆ ਗੋਸੇ। 9092 ਗੋਸੇ ਅੱਜ ਲੱਗੇ ਹੋਏ ਆ ਇਸ ਧੂਣਿਆਂ 'ਚ। ਹਾਂਜੀ, ਇਹ ਫਿਰ ਜਿਹੜੇ ਗੋਸੇ ਨੇ ਇਹ ਪਿੰਡ ਵੱਲੋਂ ਸੇਵਾ ਕੀਤੀ ਹੈ? ਕਿਹੜੇ ਹਿਸਾਬ ਨਾਲ? ਇਹ ਪਿੰਡ ਵੱਲੋਂ ਵੀ ਹੈ ਸੇਵਾ ਜੀ, ਬਾਕੀ ਆਸ-ਪਾਸ ਦੇ ਜਿਹੜੇ ਵੀ ਪਿੰਡ ਹੈ ਗੁਆਂਢਾਂ 'ਚ ਬਹੁਤ ਵਧੀਆ ਸਹਿਯੋਗ ਹੋ ਰਿਹਾ, ਬਹੁਤ ਵਧੀਆ ਯੋਗਦਾਨ ਹੋ ਰਿਹਾ ਪਿੰਡਾਂ 'ਚੋਂ, ਬਹੁਤ ਜ਼ਿਆਦਾ ਵਧੀਆ ਹੋ ਰਿਹਾ ਯੋਗਦਾਨ। ਹਾਂ, ਆਪਣੇ ਆਪ ਹੀ ਭੇਜ ਦਿੰਦੇ ਆ ਉਹ, ਅਸੀਂ ਵੀ ਲੈ ਆਉਂਦੇ ਹਾਂ। ਜੇ ਫੋਨ ਆਉਂਦਾ ਵੀ ਇੱਧਰੋਂ ਗੋਸੇ ਲੈ ਜਾਓ, ਅਸੀਂ ਵੀ ਲੈ ਆਉਂਦੇ, ਉੱਥੋਂ ਆਪ ਵੀ ਦੇ ਦਿੰਦੇ ਹਾਂ। ਕੋਈ ਵਧੀਆ, ਬਹੁਤ ਵਧੀਆ, ਮਤਲਬ ਬਹੁਤ ਵਧੀਆ ਚੱਲ ਰਿਹਾ ਸਿਸਟਮ। ਸ਼ੁਕਰੀਆ ਵੀਰ ਜੀ। ਜਿਵੇਂ ਤੇ ਬਜ਼ੁਰਗ ਖੜੇ ਨੇ, ਬਜ਼ੁਰਗੋ ਮੇਨ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਕੱਲ੍ਹ ਇੱਕ ਛੋਟੀ ਜਿਹੀ ਵੀਡੀਓ ਲਾਈਵ ਕਰਕੇ ਦਿਖਾਈ ਸੀ। ਲੋਕ ਕਹਿੰਦੇ ਨੇ ਕਿ ਇਹ ਅੰਧ ਵਿਸ਼ਵਾਸ ਹੈ, ਕੀ ਲੱਗਦਾ? नहीं जी, अंधविश्वास नहीं, ये तो परंपरा दूर चल रही है। ठीक है। हाँ जी, ये सबके लिए, सबके हित के लिए, सब कल्याण के लिए ये तपस्या कर रहे हैं। हाँ जी, ठीक है। ये तकरीबन लंबे अरसे तो चलती आ रही है। हाँ जी, हाँ जी। ਜਿਹੜੇ ਇਹਨਾਂ ਦੇ ਗੁਰੂ ਨੇ ਜਾਂ ਹੋਰ ਚੇਲੇ ਨੇ ਗੁਰੂ ਦੇ, ਉਹ ਵੀ ਇਸ ਲਾਈਨ ਦੇ ਵਿੱਚ? हाँ जी, इसका गुरु भी कर रहा जी, वो पसोल में कर रहा। हाँ, ਉਹ 5 ਧੂਣੇ ਦੀ ਤਪੱਸਿਆ ਉਹ ਅਲੱਗ ਪਿੰਡ 'ਚ ਕਰ ਰਹੇ ਨੇ ਕਿਤੇ? 12 साल तो इन्हें खड़ी तपस्या करी है। महाराज जी ने 12 साल खड़ी तपस्या की। जेड़ा ये तपस्या करी 12 साल लगातार खड़े रहे हैं। ठीक ये भी खाना भी पंचमी है, पता नहीं 6वीं है। ये ऐसा है जी, 6वीं तपस्या है इनकी 111 धूणे की। इन्होंने 12 साल कंटिन्यू जी खड़ी तपस्या भी करी है। उस खड़ी तपस्या के दौरान ये जलधारा भी और ये 5 तपस्या धूणे की भी करी है, 111 धूणे की। तो अभी हमारे गांव का नगरी का सौभाग्य हुआ जो हमारे गांव के महंत बने। तो शुरू में दिसंबर में जी 108 मटके की जी तपस्या भी करी है जलधारा की। उसमें हमारे गांव के जो थे सहयोगी थे वो शाम को 5 बजे मटके भर के रख देते थे जी, और सुबह 4 बजे बाबा जी को उन मटकों से नड़ाते थे जी। तो अब 111 धूणे की ये तपस्या पूरे गांव के सहयोग से और आसपास के जितने भी गांव हैं उनसे लगातार उससे जो भी जिससे जो भी श्रद्धा बन रही है वो इधर कर रहे हैं। और बाबा जी बैठे हैं इधर जी, आज 32वां दिन है तपस्या का। ਮੇਨ ਗੱਲ ਤਾਂ ਇਹ ਹੈ ਕਿ ਲੋਕ ਕਹਿੰਦੇ ਨੇ ਅੰਧ ਵਿਸ਼ਵਾਸ ਹੈ। ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਤੁਹਾਨੂੰ ਲੱਗਦਾ ਕਿ ਕਿਸੇ ਦੇ ਕਰਨੀ ਦੇ ਮਾਲਕ ਹੈਗੇ ਨੇ? तो ये सब है जो मालिक का ही करना है। ऐसे हम हमारे यहाँ तो 2 चक्कर नहीं काट सकता कोई। अगर कह रहे हैं अंधविश्वास तो कोई आकर आपको प्रत्यक्ष को प्रमाण की जरूरत नहीं है। आप इधर आके देख सकते हो जी, लाइव है बिल्कुल। अभी 5 मिनट में देखना है। आसपास के गांव के लोग और हमारे गांव के लोग सभी इधर बाबा जी को बड़े स्वागत से धूमधाम से इधर अपने आसन पर लेके आएंगे। और आप थोड़ा सा आप लेट हो गए, आपको सुबह आ जाते आपको दिख जाता है कि ये अंधविश्वास है या ये सच है। भगवान है, भगवान में सब आस्था रखो तो सब काम बनते हैं जी। इसी के उससे जन कल्याण के लिए हमारे गांव में जो बाबा जी हैं महंत श्री अश्वनीपुरी जी महाराज ये तपस्या कर रहे हैं जी, ताकि जन कल्याण के लिए वही सभी एकजुट, जो ये एकजुटता के से ही हमारा जो गांव है इकट्ठा हुआ है जी, इसकी इकट्ठा मतलब रहने के लिए ये तपस्या चल रही है जी। ਕੁਛ ਸਾਡੇ ਕਹਿਣ ਦਾ ਭਾਵ ਇਹ ਹੈ ਕਿ ਕੁਝ ਲੋਕ ਇਹਨੂੰ ਅੰਧ ਵਿਸ਼ਵਾਸ ਮੰਨਦੇ ਨੇ। ਕਿਉਂ ਮੰਨਦੇ ਨੇ? ਤਕਰੀਬਨ ਤੁਸੀਂ ਜੁੜੇ ਹੋਏ ਆ ਦੁਨੀਆ ਦੇ ਵਿੱਚ, ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ। ਆਏ ਦਿਨ ਹੀ ਕਿਸੇ ਨਾ ਕੋਈ ਬਾਬਾ, ਕੋਈ ਨਾ ਕੋਈ ਪੰਡਤ ਜਾਂ ਕੋਈ ਨਾ ਕੋਈ ਸਾਧ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਘਿਰਿਆ ਰਹਿੰਦਾ ਹੈ। ਕੋਈ ਮਾੜੇ ਕੰਮਾਂ ਲਈ, ਕੋਈ ਬਲਾਤਕਾਰਾਂ ਲਈ, ਕੋਈ ਕਿਸੇ ਤਰ੍ਹਾਂ ਦੀ। ਮਤਲਬ ਕਿ ਤੁਹਾਡੇ ਪਿੰਡ ਦੇ ਵਿੱਚ ਰਹਿੰਦੇ ਨੇ, ਇਹਨਾਂ ਦੀ ਕਿਵੇਂ ਰਹਿਣੀ ਸਹਿਣੀ ਕਿਵੇਂ ਹੈ ਇਹਨਾਂ ਦੀ ਪਿੰਡ ਦੇ ਵਿੱਚ? बहुत अच्छी जो हमारा सनातन धर्म है ये हम सब जानते हैं, संस्कृत से इंग्लिश बनी है।
जो हमारे ऋषि मुनि जो चमनप्राश हम लोग खाते हैं, ये चमन ऋषि ने तैयार किया था जी, उन्होंने चमन ऋषि जी थे। और जो हमारे चमन ऋषि ने उसको क्यों तैयार किया था, एक राजा की लड़की ने एक ना ऋषि जी ऐसे तपस्या में बैठे थे, वो बड़े बुजुर्ग थे, उसके ऊपर मिट्टी की बुम्बी लगी थी। उस राजा की लड़की, राजा के बच्चे होते हैं थोड़े शरारती होते हैं, क्यों राजा के बच्चे होते हैं, उन्होंने उसकी आँख चमकती दिखी, उसमें एक ना जैसे आप कंडा बोलते हैं वो लगा दिया, उससे खून आया। तो उसने दूसरी में देखा मार के, उसमें भी खून आया। तो उन्होंने कर जाके बात प्रकट की अपने पिता से कि ऐसे ऐसे मैं वहाँ गई और मैंने उस मिट्टी में कुछ लगाने से उसमें खून आया। वो बोले तो ऋषि जी थे, आपने उसको अंधा कर दिया, तो आपको इसका तो भोगना पड़ेगा। तो राजा जी ने उस लड़की को उस बुजुर्ग ऋषि के साथ शादी कर दी। तब चमन ऋषि जी को बुलाया और उस बुजुर्ग को चमन ऋषि ने जो जड़ी बूटियों से प्राश तैयार किया, उसको खड़ा के उसको ना जवान कर दिया। इंग्लैंड की यूनिवर्सिटी में हमारे जो सबसे पहले प्रश्न हमारे देश में हुआ, इंडिया में, मान 8,000 करोड़ साल पहले, तो विज्ञान कह रहा है कि ये इतिहास है इंडिया का। जो ये साधु जी बैठे हैं 2-2.25 घंटे से देखो, उनका सांस भी नहीं चल रहा है, ये हठ योगी हैं। जैसे रावण ने सिर काट के शिव शंकर को, ब्रह्मा को प्रसन्न किया था, ऐसे ही ये ना हमारे धर्म में एक और बात की जाती है कि विश्व का कल्याण हो, प्राणियों में सद्भावना हो, हाँ सर्वदा पला, जैसे हम कहते हैं कि सर्वदा पला हो। तो हमारा जो सनातन धर्म है शुरू से ही ये विश्व का कल्याण की सोचता है। हमारा धर्म सदा से ही हर एक दूसरे आदमी, छत्तीस बिरादरी की सोचता है। ये हमारे गांव के अकेले गांव का सहयोग नहीं है, हमारे गांव के 15-20 गांव के लोग हैं जो यहाँ हर रोज़ भंडारा भी लगा रहे हैं और ये उपले भी दे रहे हैं। और इस बाबा जी ने इससे पहले 100 में तपस्या की थी, आज तो हमने 2 से 3 से 5 से 80 तक पहुँचे हैं। उस दिन ये शुरू से ही 180 111 दूनों में, हर में 111 गोसे थे, लगातार 41 दिन। तो मान लो कि 111 गोसे का 9,000 गोसे बनते हैं। गोसे कमी होने के कारण ये हम कम कर रहे हैं, हमारे से पुग नहीं रहे हैं। ये कह रहे हैं जिसको जितना जीगर उतने लगा दो, मैं बैठने को तैयार। ये तपस्या करने से ही जो तपस्वी होते हैं, जिनकी वाणी एक ऐसी होती है जो भी कहते हैं सत्य निकलती है। आपके हम कहीं से लगा लें, गुरु गोविंद से लगा लें, अर्जुन तेग बहादुर से लगा लें, बंदा बरागी से लगा लें, सभी ने बलिदान दिया, उन्होंने अपने देश के लिए, धर्म के लिए बलिदान दिया। जब ये हमारे ऊपर मुसलमानों का राज था, जब हमारा नांगा फौज थी, ये तो वैसे हमारे धर्म की फौज है, ये हमारी नांगा फौज लड़ी थी, 14,000, ये 5-6 लाख लोगों के साथ लड़े थे, और जिसमें कई लाख मुसलमानों को मार गिराया और घायल कर दिया। ये जो हमारा सनातन धर्म की ये जो नागा फौज है ना, ये नागा फौज हमारे धर्म की रक्षा के लिए, ये शुरू से नहीं, आज से नहीं, हजारों साल से रक्षा करते आ रहे हैं। और ये धर्म के लिए और विश्व की कल्याण के लिए, ये नहीं खेड़ी के लिए। आप लोग इतनी दूर से देख के आए हो। ਵਿਗਿਆਨੀ ਅੱਜ-ਕੱਲ ਦਾ ਵਿਗਿਆਨੀ ਯੁੱਗ ਹੈ, ਵਿਗਿਆਨ ਯੁੱਗ ਨੂੰ ਕਿਵੇਂ ਦੇਖਦੇ ਹੋ? देखो वैज्ञानिक युग है, कई चीज़ वैज्ञानिक पकड़ नहीं पाया हमारी। जैसे कि विज्ञान है, हम बोलते हैं, हम मानते हैं विज्ञान है। ऋग्वेद हमारा विज्ञान था, हमारे 4 वेद हैं। ऋग्वेद तो जुबान ले गया। हमारे देश में आज से कई हजार साल पहले 7 लाख गुरुकुल थे, तक्षशिला बोलते हैं जिनमें पढ़ाया जाता था। आज से इंग्लिश कब आई, कब अंग्रेज आए पता नहीं। जो हमारे देश के अंदर 7 लाख से ऊपर गुरुकुल थे, जिनमें संस्कृत पढ़ाई जाती थी, उनको ज्ञान दिया जाता था, जिसमें चाणक्य भी रह के आए। चंद्रगुप्त ने विश्व पे राज किया है। हमारा देश जो ऐसा एक देश है, जो ये ऋषि मुनियों का देश है। और इस देश में आज से नहीं, आज भी देखो, आप कह रहे हो कि आसाराम बाप, हर इंसान एक सार नहीं होता। अगर कहीं सत्य है तभी ये देश टिका हुआ है। हर बरादरी में, सिख बरादरी में, कोई हरिजन बरादरी में, बालिंग बरादरी में, हर ਮੇਰਾ ਕਹਿਣਾ ਨਹੀਂ ਹੈ, ਮੈਂ ਨਾ ਤਾਂ ਆਸ਼ਾ ਰਾਮ ਦਾ ਨਾਮ ਲਿਆ, ਪਰ ਲੋਕਾਂ ਦੇ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਸੋਸ਼ਲ ਮੀਡੀਆ ਦੇ ਨਾਲ, ਸਮਾਜ ਦੇ ਨਾਲ ਜੁੜੇ ਹੋਏ ਆ ਆਪਾਂ। ਸੋਸ਼ਲ ਮੀਡੀਆ ਦੇ ਵਿੱਚ ਮੈਂ ਕਹਿਣ ਦਾ ਭਾਵ ਇਹ ਕਿ ਆਏ ਦਿਨ ਹੀ ਕੁਛ ਨਾ ਕਿਸੇ ਬਾਬੇ ਦੀ ਜਾਂ ਕਿਸੇ ਨਾ ਕਿਸੇ ਸਾਧ ਦੀ ਚਰਚਾ ਹੁੰਦੀ ਰਹਿੰਦੀ ਹੈ ਕਿ ਅੱਜ ਫਲਾਣੀ ਜਗ੍ਹਾ ਕੋਈ ਮਾੜਾ ਕੰਮ ਹੋ ਗਿਆ, ਅੱਜ ਕਿਤੇ ਜਗ੍ਹਾ ਮਾੜਾ ਕੰਮ ਹੋ ਗਿਆ, ਹੈ ਨਾ ਜੀ। ਉਹਨਾਂ ਬਾਰੇ ਕੀ ਸੋਚ ਹੈ? आपने बब्बू मान से गाना सुना है, एक मेनका अहंकारी थी, वो किसके लिए बोला गया? एक लूता विश्वामित्र था कि मेनका अहंकारी, मेनका स्वर्ग लोग से उसकी भक्ति तोड़ने के लिए आई। ये शुरू से चलता आ रहा है। तो बब्बू मान का गाना हो तो देखो, पंजाबी सिंगर है, उसने बोले कि मेनका अहंकारी थी, लूता विश्वामित्र था। वो भक्ति में ऐसे लीन थे, स्पेशल परमात्मा से भक्ति को तोड़ने के लिए कि क्या कुछ पाले, तो उसके पास भेजा था उसको मोहित करने के लिए। हमारे कामदेव ऋग्वेद, हमारे कामदेव ऋग्वेद, जैसे कि शिव शंकर ने वरदान दे दिया था भस्मासुर को, जिसके ऊपर आप ये छुआ होगे भस्म हो जाएगा। वरदान भी देने वाले वो और लुकने वाले भी हो। तो कामदेव ने उसको नचा के उसके ऊपर ही उसको सुहा करा के वो खत्म किया। हमारा जो इतिहास है, रावण के पास उस टाइम में जहाज उड़ के जाते थे। विज्ञान जो हस्तरेखा देसी दवाई है, जो भी है रावण की बनाई हुई, 4 ऋतु रावण की बनाई हुई है। रावण पंडित इसलिए का उसको ज्ञान था।
तो मान लीजिए कि हमारे देश के अंदर विज्ञान आज से नहीं है, ऋग्वेद से विज्ञान जापान ले रहा है, आज हमारे से 200 साल आगे है। विज्ञान हमारे ऋषियों से गया, सबसे पहले प्रेषण करने वाली इंग्लैंड की यूनिवर्सिटी में 64 ऋषि हमारे, उसकी आज भी फोटो है, जो मेडिकल यूनिवर्सिटी इंग्लैंड के अंदर, उसकी फोटो, उसकी मूर्ति बनाई हुई है, उसका स्टैचू बनाया हुआ है, जो इंडिया से गया हुआ है। तो आज भी मानते हैं विज्ञान का युग है। तो आज से पहले जब हम एक तीर छोड़ते थे, देखते हैं हम कई बार, तो उसके कई बनते थे। तो उनके वजह ऐसे सिस्टम था, विज्ञान पहले से है। आज थोड़ा आधुनिक का थोड़ा ज़्यादा तेज है, उस समय के अनुसार उस समय भी बंद थे, उस समय भी युद्ध हुए हैं। महाभारत के अंदर पता नहीं कितने जातिवाद में किस नहीं जाना बोलेगी, जातिवाद नहीं, इंसान के इंसान है। भाई जात हमारी नर नारी और एक होती है जो फीमेल होती है। हमने जात अपने आप बनाई है, हमारे कर्म के हिसाब से जात दी गई है। अच्छा कर्म करोगे चाहे आप सरदार जी, आपको शिवाजी पद से हिसाब से बोलते हैं। गुरु गोविंद सिंह ने क्या कहा था, जब मुसलमान लड़ रहे थे ना, उनकी ऊपर पग होती थी, दाढ़ी होती थी और योद्धा लगते थे। तो गुरु गोविंद सिंह ने कि हम क्यों नहीं ऐसा करें, उन्होंने की मुच्छें रखी, दाढ़ी बनवाई और 5 केस कंगा। कंगा होता है जैसे आसमान से बिजली गिरती है, ये उसको रोकता है। जो आप फन चीज़ है अपना कचहरा भी, हम एक बार अपने पास पूरे वस्त्र नहीं है तो हमें कोई दिक्कत ना आई, कोई माता बहन आती है, कड़ा है, ये हमारी रक्षा के लिए, इसका लोहे का बड़ा महत्व। जो कंगा हम सिर में रखते हैं, ये आसमानी बिजली गिरने से के लिए गुरु गोविंद सिंह जी ने एक कड़ा, कंगा, कचहरा, ये चीज़ इसलिए हमारे को बताई थी, जो आज हमारा अपनाव है और हम उसको मान रहे हैं। तो ये जो सरदार जी बनाए थे, सिंह होता है सरदार फौज कप्तान, तो ये गुरु गोबिंद सिंह जी ने बनाया था। ये 5 चीज़ें मैं दी थी, इसलिए दी। ਮੇਰਾ ਕਹਿਣ ਦਾ ਭਾਵ ਇੱਥੇ ਹੈ ਕਿ ਇੱਥੇ ਸੰਗਤ ਪਹੁੰਚੀ ਹੋਈ ਹੈ, ਪਿੰਡ ਦੇ ਵਿੱਚ ਸਾਰੀਆਂ ਹੀ ਜਾਤਾਂ ਨੇ ਤਕਰੀਬਨ। ਇੱਥੇ ਕੋਈ ਜਾਤ ਧਰਮ ਦਾ, ਕੋਈ ਵਹਿਮ ਭਰਮ। मेरे गांव में 1200 वोट सिख सरदारों की है और बाकी 1800 वोट हिंदू धर्म की है। हमारे देवपुरी मंदिर में 300 साल पहले ना एक 400 साल के करीब काल पड़ गया था। तो दरबारपुरी जी दिल्ली से आए थे, और दरबारी थे मुसलमान के, राजा के। दरबारपुरी जी को ये बोला गया था कि आप ना कभी आपका चौड़ा लाल हो जाएगा और आप साधु बन जाओगे। तो पूरे समाते आगे बैठे थे। उसके बाद बाबा देवपुरी बच्चा अवस्था में यहाँ आए थे। उसके बाद में खेड़ी आगे बैठे। उस समय साधन नहीं होते थे, आज विज्ञान अब पानी निकाल रहे हैं, तब बरसात से काम चलता है। तब लोगों ने, पड़ोसी गाँव ने उनसे रिक्वेस्ट की कि बाबा जी बरसात में भी क्या करें। बोले इसका हल है, आप एक खड्डा खोदो। खड्डा खोदने के बाद उसके अंदर बाबा जी बैठ गए थे और ऊपर मिट्टी डाल दी थी। तो इतना पानी हो गया, 3-3, 4-4 फुट बाबा जी को समाते। उसके बाद भी बाबा जी हरिद्वार जाके मिले थे। ये संत जो हमारे बाबा देवपुरी जी हैं, जिंदा समाध है, 16 साल की अवस्था में समाये हुए हैं। उनकी ही गद्दी पे है बाबा जी। तो मान ली कि हमारे बुजुर्ग कहते आ रहे हैं, और भी तभी सब धर्मों का इसके अंदर पूरा विश्वास है। और मेरे गाँव में 36 बिरादरी का बड़ा भाईचारा, आप देख सकते हो। सब सिख बिरादरी जाती है, सब हर जात से लोग आते हैं। ऐसा ਮੰਨ ਕੇ ਚੱਲੋ, ਪਿੰਡ ਦੇ ਨਗਰ ਦੇ ਵਿੱਚ ਬੈਠੇ ਨੇ, ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਬਾਬਾ ਜੀ ਕੋਲ ਜਾਂਦੇ ਨੇ। ਬਾਬਾ ਜੀ ਧਾਗਾ ਤੋਲਾ ਹੀ ਕਰਕੇ ਦਿੰਦੇ ਨੇ ਜਾਂ ਪਾਠ ਪੂਜਾ ਦੀ ਸੰਦੇਸ਼ ਦਿੰਦੇ ਨੇ? जिक्र किए जी, बाबा जी कहते ने कि मैं एक सेवक हूँ, जो जिंदा समाया आपका भगवान है, आप उसके जाके चरणों में साफ नित से जाओ, आपका भला होगा। बाबा जी कोई तागेगा, कोई झाड़ेगा, कोई ऐसा विशेष नहीं है। जो चीज़ है, अगर ऐसे रोग है, किसी को गोटे होगा, दर्द होगा, जो देसी दवाइयाँ जानते हैं, दवाई बताते हैं। हम कहते हैं फंडा लगा देते हैं, ऐसा नहीं है कुछ। वो कहते हैं भी आप सच्चे मन से सेवा करो, देवपुरी जी की भक्ति करो, आपका कल्याण हो। ये है। ਕਿਉਂਕਿ ਅੱਜ ਕੱਲ ਮੇਰੇ ਕਹਿਣ ਦਾ ਭਾਵ ਇਹ ਕਿ ਅੱਜ ਕੱਲ ਕੋਈ ਜਿਹੜੇ ਬਾਬਾ ਹੋ ਗਿਆ, ਬਾਬਾ ਨਾਮ ਦਾ ਸ਼ਬਦ ਕਹਿ ਲਓ, ਪਰ ਬਾਬਾ ਆਪਾਂ ਨੂੰ ਕਿਸੇ ਨੂੰ ਕਹਿਣ ਦਾ ਹੱਕ ਨਹੀਂ ਹੈਗਾ ਕਿਸੇ ਨੂੰ, ਕਿਉਂਕਿ ਬਾਬੇ ਜੋ ਆਪਾਂ ਬਾਬਾ ਨਾਨਕ ਜੀ ਨੂੰ ਕਿਹਾ ਗਿਆ, ਬਹੁਤ ਵੱਡੀ ਕਰਨੀ ਦੇ ਮਾਲਕ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਬਾਬਾ ਜੀ ਕਹਿ ਦਿੰਦੇ ਆ, ਹੈ। ਤੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਬਾਬਾ ਜੀ ਆਪਾਂ ਜਿਨ੍ਹਾਂ ਨੂੰ ਮੰਨ ਕੇ ਬੈਠੇ ਆ ਇੱਥੇ, ਮੇਨ ਮਕਸਦ ਉਹਨਾਂ ਦਾ ਇਹੀ ਹੈ ਕਿ ਉਹ ਬਾਣੀ ਨਾਲ ਜੋੜਦੇ ਨੇ, ਧਰਮ ਨਾਲ ਜੋੜਦੇ ਨੇ, ਜਾਂ ਫਿਰ ਪੁੱਠੇ ਬਖਸ਼ੀ ਜੋੜਦੇ ਨੇ। जो बाबा जी है ना, अब यहाँ बैठते हैं, रात को भी आरती करते हैं, यहाँ दूनों में करते हैं, सुबह भी आरती करके आते हैं, 3 बजे उठ जाते हैं बाबा जी। जो धर्म से है, अच्छाई से जोड़ना काम है, भाईचारा को इकट्ठा करने का काम करते हैं। कोई ऐसा नहीं कि उस धर्म को मानो, जो जिस धर्म को मानता है सबका सम्मान है, किसी से कोई बैर नहीं है। हमें सभी धर्म समान देखते हैं और हमारे धर्म को भी सभी लोग ऐसे देखते हैं। सिख बरादरी के 1200 वोट होने के कारण मेरे गांव में सब सिख हर इतवार को मंदिर देवपुरी में मत्था टेकते हैं और छमाई में गराई देते हैं। और जो गाना होता है, तो उसका जो भी उनसे पुगता है, किसी को 10 किलो 50 किलो, सभी सिख, सभी बरादरी, सभी के सभी सारा है। ਜਿਵੇਂ ਕਿ ਤੁਸੀਂ ਦੇਖਿਆ, ਜਿਹੜੇ ਪਿੰਡ ਦੇ ਸੰਗਤ ਇੱਥੇ ਪਹੁੰਚੀ ਹੋਈ ਹੈ, ਬਾਬਾ ਜੀ ਧੂਣੇ ਦੇ ਵਿੱਚ ਬੈਠੇ ਨੇ, ਹੈ ਨਾ। 111 ਧੂਣੇ ਲੱਗੇ ਹੋਏ ਨੇ, ਅਕਸਰ ਤੁਹਾਨੂੰ ਦੱਸ ਹੀ ਦਿੱਤਾ। ਇਹਦੇ ਅੰਦਰ
ਪਿੰਡ ਦੀ ਔਰਤਾਂ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਹੈ। ਪੰਜਾਬ ਦੇ ਵਿੱਚ ਵੀ ਮੈਂ ਹੋਰ ਹਰਿਆਣੇ ਦੇ ਵਿੱਚ ਵੀ ਬੜੀ ਜਗ੍ਹਾ ਦੇਖਿਆ ਕਿ ਲੇਡੀਜ਼ ਵਰਗ ਦੀਆਂ ਜੋ ਔਰਤਾਂ ਹੁੰਦੀਆਂ ਨੇ ਜਾਂ ਲੇਡੀਜ਼ ਹੁੰਦੀਆਂ ਨੇ ਤਕਰੀਬਨ ਮੰਦਿਰਾਂ ਦੇ ਵਿੱਚ ਜਾ ਕੇ ਬੈਠ ਕੇ ਸਿਰਫ ਚੁਗਲੀਆਂ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੁੰਦਾ। ਪਰ ਲੇਕਿਨ ਤਕਰੀਬਨ ਸਾਨੂੰ 2 ਘੰਟੇ ਇੱਥੇ ਆਇਆਂ ਨੂੰ ਹੋ ਗਏ, ਲਗਾਤਾਰ ਹੀ ਭਗਤੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ, ਭਗਤੀ ਦੇ ਗੁਣਗਾਨ ਗਾਏ ਜਾ ਰਹੇ ਨੇ। ਬਾਬਾ ਜੀ ਦੇ ਭਗਤੀ ਦੇ ਵਿੱਚ ਬਾਬਾ ਜੀ ਦਾ ਕੋਈ ਨਾਮ ਨਹੀਂ ਹੈ ਕਿ ਉਹਨਾਂ ਦਾ ਗੁਣਗਾਨ ਕੀਤਾ ਜਾ ਰਿਹਾ, ਸਿਰਫ ਔਰ ਸਿਰਫ ਰਾਮ ਦੇ ਗੁਣਗਾਨ ਗਾਏ ਜਾ ਰਹੇ ਨੇ। ਚੁੱਪ ਜੀ ਮਾਤਾ ਜੀ, ਕਿੰਨਾ ਟਾਈਮ ਹੋ ਗਿਆ ਜੀ ਇੱਥੇ ਬੈਠੇ ਨੂੰ ਬਾਬਾ ਜੀ? 12 ਵਜੇ 12 ਵਜੇ ਬੈਠਦੇ। ਹਾਂ, ਕਿੰਨੇ ਵਜੇ ਉੱਠਦੇ ਨੇ ਜੀ? ਉੱਠਦਾ 2 ਵਜੇ। ਹਾਂ, ਬਾਬਾ ਜੀ ਨੂੰ ਫਿਰ ਟਾਈਮ ਕਿਵੇਂ ਪਤਾ ਲੱਗਦਾ ਜੀ? ਬਾਬਾ ਨਾ ਬਾਬਾ ਠਾਣ ਜਾਣਾ ਭਗਤ। ਹਾਂ ਹਾਂ। ਤੇ ਅਕਸਰ ਲੋਕ ਕਹਿੰਦੇ ਨੇ ਕਿ ਬਾਬਾ ਜੀ ਕੋਈ ਨਸ਼ਾ ਕਰਕੇ ਬੈਠੇ ਨੇ, ਤੁਸੀਂ ਕੋਈ ਨਸ਼ਾ ਕਰਦਾ ਦੇਖਿਆ ਬਾਬਾ ਜੀ? ਨਹੀਂ ਦੇਖਿਆ ਨਾ। ਹਾਂ, ਕੱਲ ਤਕਰੀਬਨ ਲਾਈਵ ਹੋਇਆ ਸੀਗਾ, ਉਹਦੇ ਵਿੱਚ ਲੋਕ ਬੜਾ ਕਹਿੰਦੇ ਨੇ ਕਿ ਅੰਧ ਵਿਸ਼ਵਾਸ ਹੈ। ਕਿਵੇਂ ਲੱਗਦਾ ਕਿ ਅੰਧ ਵਿਸ਼ਵਾਸ ਹੈ? ਨਹੀਂ ਜੀ, ਇਦਾਂ ਬੈਠਾ ਰਹਾ ਵਿਚਾਰਾ। ਹਾਂ, ਲਗਾਤਾਰ ਇਹ ਬਾਬਾ ਜੀ ਦੇ ਨਾਲ ਜੁੜੇ ਹੋਏ 12 ਤੋਂ 2:30 ਵਜੇ ਤੱਕ ਬੈਠੇ ਰਹਾ ਜੀ। ਵਿਸ਼ਵਾਸ ਹੈ ਮਨ ਤਾਂ ਪੂਰਾ। पूरा तो पहली बार बैठे हैं जी। पहली बार बैठे हैं, सारे काबिल लिया था जी। ਚੁੱਪ ਕਰ ਦਿਓ ਜੀ, ਚੁੱਪ। ਲੋ ਜੀ, ਜਿਵੇਂ ਕਿ ਤੁਸੀਂ ਦੇਖਿਆ ਸਮਾਂ ਹੋ ਚੁੱਕਿਆ ਬਾਬਾ ਜੀ ਦੇ ਉੱਠਣ ਦਾ ਖਾਣ ਦਾ, ਤੇ ਮੈਂ ਫਿਲਹਾਲ ਵੀ ਮੈਂ ਨੱਚੇ ਪੈ ਰਹੀ ਹਾਂ। ਬਹੁਤ ਜ਼ਿਆਦਾ ਧਰਤੀ ਗਰਮ ਹੈ ਇਸ ਟਾਈਮ ਵੀ, ਟੈਂਪਰੇਚਰ ਬਹੁਤ ਜ਼ਿਆਦਾ ਵਧਿਆ ਹੋਇਆ। ਜਵਾਕਾਂ ਵੱਲੋਂ ਬੜਾ ਵਧੀਆ ਪ੍ਰਦਰਸ਼ਨ ਹੈ। ਪੈਰੀ ਦੇਖੋ, ਚਾਰੇ ਪਾਸੇ ਚੱਕਰ ਲਾਇਆ ਜਾ ਰਿਹਾ। ਇੱਕ ਇੱਥੇ ਵੀ ਸੰਗਤ ਵੱਲੋਂ ਆਲੇ ਦੁਆਲੇ ਢੋਲ ਵਜਾ ਕੇ ਦਰਸ਼ਕਾਂ ਜਾਂ ਸੇਵਕਾਂ ਵੱਲੋਂ ਬਾਬਾ ਜੀ ਦਾ ਹੁਣ ਉੱਠਣ ਦਾ ਸਵਾਗਤ ਕੀਤਾ ਜਾਊਗਾ। ਸਮਾਂ ਹੋ ਚੁੱਕਿਆ 2 ਘੰਟੇ 15 ਮਿੰਟ 2 ਘੰਟੇ ਸਮਾਂ ਪੂਰਾ ਹੋ ਚੁੱਕਿਆ। ਤਕਰੀਬਨ ਅਜੇ ਵੀ ਅੱਗ ਹੈ ਜਿਹੜੀ ਉਹ ਵੀ ਆਂਚ ਪੂਰੀ ਹੈ। ਇਸ ਟਾਈਮ ਧਰਤੀ ਦੇ ਉੱਤੇ ਖੜਿਆ ਨਹੀਂ ਜਾ ਰਿਹਾ ਕੋਈ। ਅਗਰ ਕਿਸੇ ਨੂੰ ਨਹੀਂ ਵਿਸ਼ਵਾਸ ਹੈਗਾ ਤਾਂ ਇੱਥੇ ਤਕਰੀਬਨ ਆ ਕੇ ਦੇਖ ਸਕਦੇ ਨੇ। ਇਹਨਾਂ ਦਾ ਕਹਿਣਾ ਇਹ ਹੈ ਕੋਈ ਕਿ 2 ਘੰਟੇ ਛੱਡੋ, ਜੇ ਕੋਈ 1 ਘੰਟਾ ਇਸ ਦੇ ਅੰਦਰ ਨੰਗੇ ਪੈਰੀ ਵੀ ਖੜਾ ਹੋ ਜੇ ਨਾ ਤਾਂ ਅਸੀਂ ਜੋ ਸਜ਼ਾ ਕਹਾਂਗੇ ਅਸੀਂ ਭੁਗਤਣ ਨੂੰ ਤਿਆਰ ਹਾਂ। ਜੋ ਦੰਡ ਦੇਣਗੇ ਸਾਨੂੰ ਅਸੀਂ ਭੁਗਤਣ ਨੂੰ ਤਿਆਰ ਹਾਂ। ਮੇਰੇ ਤੋਂ ਤਾਂ ਵੀਰੇ ਨਹੀਂ ਖੜਿਆ ਜਾ ਰਿਹਾ ਕਿ ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ ਤਾਂ ਜਾ ਕੇ ਆ ਕੇ ਦੇਖ ਸਕਦਾ। ਬੜੀ ਸ਼ਰਧਾ ਭਾਵਨਾ ਦੇ ਨਾਲ ਫੁੱਲ ਹੱਥਾਂ ਦੇ ਵਿੱਚ ਲੈ ਕੇ, ਸ਼ੰਖ ਵਜਾ ਕੇ, ਢੋਲ ਵਜਾ ਕੇ ਬਾਬਾ ਜੀ ਦੇ ਜੋ ਉੱਠਣ ਦਾ ਸਵਾਗਤ ਕੀਤਾ ਜਾ ਰਿਹਾ। जोगिया 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 नंगे पैरी जोगिया किन्नी धरती गर्म है जी। नंगे पैरी चक्कर ला के आया, धरती किन्नी गर्म है। थैंक यू, शुक्रिया, मेहरबानी। एक बार बाबा जी के नाम से जोरदार ताड़ी और ये भी दुआ करियो। बाबा जी देखो कि परम पूज्य बाबा जो बुल्ले अपनी शाह सेवा सरकार जो सेहत निभा याब हो के जाए। पूरी कर सेवा तो बीबी भोलो जी बैठे ने उदों उठन तो खुश रहे, समा हो मुस्कुराते चुकिया रहे। क्योंकि ਜਦੋਂ तक ਇਹ ਹੱਸਦੇ ਆ ਸੱਚ ਜਾਣੇ ਹੋ, ਜ਼ਿੰਦਗੀ ਹਰੀ ਭਰੀ लगती है। क्योंकि किसी अदीब ने लिखी है, ये सच है कि तालवे मतलूम में पर्दा नहीं होता, पर्दे तो सजदे का हाल उठता नहीं होता, गर न हो महबूब सामने तो सजदा नहीं होता। ਜਦੋਂ ਸਰਕਾਰਾਂ ਸਾਹਮਣੇ ਹੋਣ, ਇਹ ਹੱਸਦੀਆਂ ਹੋਣ, ਤਕਰੀਬਨ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਜਟਾਂ ਸਾਈਂ ਨੇ, ਲੋਕਾਂ ਦਾ ਆਣਾ। ਜਟਾਧਾਰੀ ਆ ਥੈਂਕ ਯੂ। ਔਰ ਨੰਗੇ ਪਿੰਡੇ ਸੀਗੇ। ਮੈਂ ਕਿਹਨੂੰ ਦੱਸਾਂ ਇਹ ਰਾਤ ਦੀਆਂ ਗੱਲਾਂ। ਰਾਤ ਜ਼ਰੂਰ ਲਗਾਈ ਹੋਈ ਸੀਗੀ ਪਿੰਡੇ ਤੇ। ਕੋਈ ਗੱਲ ਨਹੀਂ ਬਾਬਾ। ਕਿਆ ਹੋ ਮੈਂ
ਕਿਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ। ਜਿਸ ਕਵਾਲੀ ਨੂੰ ਤੁਸੀਂ ਬੜੀ ਮੁਹੱਬਤ ਬੜਾ ਪਿਆਰ ਦਿੱਤਾ ਹੈ, ਉਹ ਤੁਹਾਡੀ ਨਜ਼ਰ ਦੂਜਾ ਕਰ ਬਾਬੇ। ਕਿਹਨੇ ਸੁਣੀ ਹੈ ਕਵਾਲੀ? ਮੈਂ ਕਿਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ। ਹੱਥ ਖੜੇ ਕਰਕੇ ਦੱਸਿਓ। ਕਿਆ ਬਾਤ ਹੈ, ਸਾਰਿਆਂ ਨੇ ਜਿਉਂਦੇ ਰਹੋ। ਮੀਰਾ ਭੀਖ ਸਰਕਾਰ ਤੁਹਾਡੀ ਹਰ ਜਾਇਜ਼ ਤਮੰਨਾ ਪੂਰੀ ਕਰਨ। ਇੱਕ ਵਾਰ ਫਿਰ ਚਾरों ओर नतमस्तक ਹੁੰਦੇ ਕਿਹੜੇ ਹੋਏ। ਨੇ? ਹਾਂਜੀ, ਧਰਤੀ ਬਹੁਤ ਜ਼ਿਆਦਾ ਗਰਮ ਹੈ, ਪਰ ਕੋਈ ਰੱਬ ਦਾ ਕ੍ਰਿਸ਼ਮਾ ਹੀ ਕਹਿ ਲਓ ਕਿ ਇਹ ਕ੍ਰਿਸ਼ਮੇ ਦੇ ਵਿੱਚ ਤੇ ਤਾੜੀ ਵੀ ਵਜਾਉਣੀ। ਖੜਨਾ ਬਹੁਤ ਵੱਡੀ ਗੱਲ ਹੈ। ਮੱਕੇ ਗਿਆ ਗੱਲ ਮੁੱਕਦੀ ਨਹੀਂ। 2 ਘੰਟੇ 15 ਮਿੰਟ ਦੇ ਵਿੱਚ ਕੋਈ ਬਾਬਾ ਜੀ ਨੇ ਪਾਣੀ ਦਾ ਸੇਵਨ ਨਹੀਂ ਕੀਤਾ, ਕਿਸੇ ਜਲ ਦਾ ਸੇਵਨ ਨਹੀਂ ਕੀਤਾ। ਫਿਲਹਾਲ ਬਾਬਾ ਜੀ ਦੇ ਕੋਲ ਇੱਕ ਲੋਟਾ ਰੱਖਿਆ ਹੋਇਆ ਸੀ ਪਾਣੀ ਦਾ। ਪਾਣੀ ਸ਼ਾਇਦ ਸੂਰਜ ਨੂੰ ਪਾਣੀ ਦਿੱਤਾ ਜਾ ਰਿਹਾ ਬਾਬਾ ਜੀ ਵੱਲੋਂ। ਕੀ ਲਿਖਿਆ? ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁਮਾ ਪੜ ਆਈਏ। ਮੱਕੇ ਗਿਆ ਧਰਮ ਵਾਲੀ ਗੱਲ ਹੈ ਕਿ ਖੜਿਆ ਨਹੀਂ ਜਾ ਰਿਹਾ, ਬਿਲਕੁਲ ਨੰਗੇ ਪੈਰੀ ਬਿਲਕੁਲ ਨਹੀਂ ਖੜਿਆ ਜਾ ਰਿਹਾ। ਪਰ ਬੱਚਿਆਂ ਦੇ ਵੱਲੋਂ ਸੰਗਤ ਵੱਲੋਂ ਇੰਨਾ ਪਿਆਰ ਹੈ ਕਿ ਕਿਵੇਂ ਇਸ ਧਰਮ ਤੇ ਨੰਗੇ ਪੈਰੀ ਖੜੇ ਨੇ। ਪੈਰ ਤਕਰੀਬਨ ਸਭ ਦੇ ਚੱਲ ਰਹੇ ਨੇ, ਪਰ ਬਾਬਾ ਜੀ ਦਾ ਸਵਾਗਤ ਕਰਨ ਲਈ ਖੜੇ ਨੇ। ਗੱਲ ਮੁੱਕਦੀ ਨਹੀਂ ਕਿ ਆ ਚੁੱਕੇ ਨੇ। ਜਦੋਂ ਗੰਗਾ ਜੀ ਜਾਂਦੇ ਉੱਥੇ ਇਸ਼ਨਾਨ ਕਰਦੇ ਆ, ਨੱਕ ਫੜ ਕੇ ਡੁਬਕੀਆਂ ਵੀ ਲਗਾਉਂਦੇ ਆ। ਮੈਂ ਸੰਗੀਤ ਦੇ ਜ਼ਰੀਏ ਜਿਹੜਾ ਡੁਬਕੀਆਂ ਲਗਾ ਰਿਹਾ, ਜਿਹੜਾ ਗੌਰ ਹੋਵੇ। ਗੰਗਾ ਗਿਆ ਗੱਲ ਮੁੱਕਦੀ ਨਹੀਂ। ਨੇ ਬਾਬਾ ਜੀ ਤੇ ਆਪਣੇ ਸਥਾਨ ਹੈ ਜੋ ਬਣਾਇਆ ਹੋਇਆ, ਕੁਟੀਆ ਬਣਾਈ ਹੋਈ ਆ, ਉਹਦੇ ਵਿੱਚ ਜਾ ਰਹੇ ਨੇ। ਸੇਵਾ ਦੀ ਭਾਵਨਾ ਸ਼ਰਧਾ ਬਹੁਤ ਹੈ। ਫੁੱਲਾਂ ਨਾਲ ਸਵਾਗਤ, ਢੋਲ ਨਾਲ ਮੁੱਕਦੀ ਨਹੀਂ। ਹਮੇ ਸਾਸ ਬੁੱਤੇ ਲਾਈਏ ਗਿਆ ਗੱਲ ਮੁੱਕਦੀ ਨਹੀਂ। ਹਮੇ 100 ਪੰਡ ਪੜਾਈਏ। ਭੁੱਲੇ ਸ਼ਾਕਲ ਤਾਈਓ ਮੁਕਸੀ, ਜਦ ਮੈਨੂੰ ਦਿਲੋਂ ਮੁਕਾਈਏ। ਆ ਜਾਓ। ਹਾਂਜੀ, ਸੋ ਦਰਸ਼ਕੋ, ਜਿਵੇਂ ਤੁਸੀਂ ਦੇਖਿਆ ਬਾਬਾ ਜੀ 111 ਧੂਣੇ ਦੇ ਅੰਦਰ ਬੈਠੇ ਸੀਗੇ। ਸੇਵਾ ਤੋਂ ਉੱਠ ਕੇ ਆਪਣੀ ਕੁਟੀਆ ਦੇ ਵਿੱਚ ਆ ਗਏ ਨੇ। ਗੱਲ ਕਰਕੇ ਦੇਖਦੇ ਹਾਂ ਕੀ ਉਹਨਾਂ ਦੇ ਵਿਚਾਰ ਨੇ, ਕਿਉਂ ਇਹ ਧੂਣੇ ਦੇ ਵਿੱਚ ਬੈਠੇ ਨੇ। ਬਾਬਾ ਜੀ ਰਾਮ ਰਾਮ। ਸਾਰਿਆਂ ਤੋਂ ਪਹਿਲਾਂ ਬਾਬਾ ਜੀ, ਸਮਾਜ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾफ़ी ਚਾਹੁੰਦਾ ਜੇ ਕੋਈ ਸਵਾਲ ਕੁਝ ਗਲਤ ਲੱਗਿਆ ਤਾਂ ਪਲੀਜ਼ ਮੈਨੂੰ ਮਾफ़ कर दो। बाबा जी सारे तो पहले तो अपना नाम। अपना नाम सबसे पहले जी पंच नाम 10 जूना अखाड़े से हम बिलोंग करते हैं। छोटा सा नाम देख बेगा बिल्कुल अश्वनीपुरी। तो जी ये तपस्या हठ योग बोलते हैं इसको। महात्मा करते हैं तरह तरह के हठ योग होते हैं। कोई छोटा कर लेता है, कोई बड़ा कर लेता है। मात्र जगत कल्याण के लिए करते हैं, अपने लिए कोई कुछ नहीं करता है। ये सब के लिए होता है, परमार्थ के लिए, सुख शांति के लिए, प्रेम के लिए, भाव के लिए। हट योग सेवा जी ये किसी के वालों प्रेरित करके पिंड वासियों के वालों प्रेरित किया जाए अपने मन वालों ही? नहीं, परमात्मा के वालों। फिर आप नागा फौज के सिपाही है, सनातन धर्म का हमने लड़ा। ठीक है। नागा फौज के रक्षा करने के लिए बनाई गई थी। ठीक है। फिर हट योग पावर पाने के लिए, भूखा तिशा रहने के लिए, बर्दाश्त करने के लिए। तो ऐसे तपस्वी ऐसे हट योग पालते हैं जो सनातन धर्म के रक्षक हैं। तो इससे फिर जगत के कल्याण करते हैं। हाँ जी, इसे जो भी भजन होता है वो जगत के लिए खर्च करते हैं हम, यानी कि अपने लिए नहीं। हमारा इसके अंदर कोई निजी स्वार्थ नहीं होता। जिसके नगरी के अंदर रहते हैं, हमारी जिम्मेदारी होती है, हमारा कर्तव्य होता है, हमारी पहचान होती है अपने सनातन के लिए कुछ देखने की।
आगे हमसे भी कोई सीख के, किसी से हम भी सीखे हैं, कोई छोटी कर रहा है, कोई बड़ी कर रहा है, तो जैसी जिसकी इच्छा है वैसे करता है। तकरीबन कितना समा हो चुका है बाबा जी हठ जोग सेवा करते? ये जी 12 साल हमने खड़ी से की है, और जलधारा सर्दियों में से मटकों में ਇਸ जलधारा। ਤੋਂ ਪਹਿਲਾਂ ਜਿਹੜੀ ਸੇਵਾ ਲਾਈ ਸੀ ਉਹ ਖੜੀ ਤਪੱਸਿਆ ਕੀਤੀ ਸੀ। हाँ जी 12 साल। ਉਸ ਤੋਂ ਪਹਿਲਾਂ ਹੋਰ ਕੋਈ ਤਪੱਸਿਆ ਲਾਈ? हाँ जी जलधारा भी करते, उसके साथ ही में करते थे ना, उसके साथ ही में खड़े सिरी भी करते हैं, जलधारा भी करी, पंचधूणी भी करी। अब ये 5वीं तपस्या मेरी 111 धूणी चली हुई है, ਠੀਕ ਹੈ ਜੀ, ਇਹ ਲਗਾਤਾਰ ਪੰਜਵੀਂ ਤਪੱਸਿਆ लगातार 5वीं। ਇਹ ਵਿੱਚ ਨੂੰ ਕਿੰਨਾ ਕੁ ਬਾਬਾ ਜੀ ਗੈਪ ਪਾਉਂਦੇ ਹੋ ਸੇਵਾ ਕਰਦੇ ਸਮੇਂ? बस 6 महीने का गैप होता है, 6 महीने में दूसरी जलधारा आ जाती है, ठंड में, गर्मी में भैया आ जाती है, प्रत्येक 6 महीने में होती है। ਠੀਕ ਹੈ ਕੁਛ ਕੁ ਬਾਬਾ ਜੀ, ਕੁਛ ਕੁ ਲੋਕਾਂ ਵੱਲੋਂ ਸਮਾਜ ਵੱਲੋਂ ਕਿਹਾ ਜਾਂਦਾ ਕਿ ਅੰਧ ਵਿਸ਼ਵਾਸ ਹੈ ਇਹ। अंधविश्वास सोच अपने अपने होती है। अंधविश्वास तो जब इसके अंदर बैठ के चले तो पता लगता है उसके अंदर इसके क्या है। अब बाहर से तो क्या है, इसको अग्नि का स्नान करना पड़ता है इसका। हर रोज महात्मा इसके अंदर अपनी आहुति देता है जगत कल्याण के लिए। इसमें आहुति देते जगत कल्याण के लिए देते हैं तो सच्चा होता है, इतनी अग्नि में निकल आ सकता है, वरना थोड़े आ सकता है। आपने देखो भी हो कैसे कैसे चलते हैं, और बहुत ही नज़दीक है, कोई ज़्यादा दूरी पे भी नहीं है, कोई इसमें कोई ज़्यादा फंडा भी नहीं करा हुआ है, जो कुछ आपके सामने है। बाकी गवांडा का योगदान है, बहुत बढ़िया अच्छा है। हर गवांडी आ रहे हैं, बहुत से भेज रहे हैं, पाते दे रहे हैं, सेवा कर रहे हैं, सभी आ रहे हैं, जा रहे हैं, आनंद हो रहा है। बड़े दर्शक ने ਜਿਹੜੇ ਤਰਕਸ਼ੀਲ ਰੱਖਦੇ ਨੇ ਉਹ ਕਹਿੰਦੇ ਬਾਬਾ ਜੀ ਕੋਈ ਨਸ਼ਾ ਕਰਕੇ ਬੈਠਦੇ ਹੋਣੇ? ना ना ऐसा कुछ नहीं, नशा बाबा जी कोई नशा सेवन करते? ना ना ऐसा कोई नशा नुशा का वहाँ को नशा नुशा चलता भी नहीं है। वहाँ तो जैसे हम चिलम तम्बाकू थोड़ा पीते हैं तो कि यहीं तक सीमित होता है। वहाँ तो जाने के बाद में आप नशा के बोल भी नहीं पाओगे, नशा तो छोड़ कर 5 मिनट रुक पाओगे। वहाँ सब उधर जाता है, नशा नुशा उधर नहीं चलता, वहाँ चलता है भाव और विश्वास। अगर अटल विश्वास आपने भाव है तो आप कुछ भी कर पाओगे, वरना आप कुछ नहीं कर पाओगे। यहाँ चलती बट्टी धक्का देना पड़ता है, बड़े शांति से बड़े प्रेम से जाते हैं। कोई कहता थोड़ा है हमारे को शौक है, जाते हैं हटी हो गए, योग करते हैं, अपनी क्रिया करते हैं, आ जाते हैं सुकून बिगड़ के। सेवा चलते दौरान कुछ जल पानी ਜਾਂ अन्न सेवा सेवन करते? ना जी ना, वहाँ से घुसने के बाद एंट्री नहीं किसी भी चीज़ की। ਨਹੀਂ ਜਿਵੇਂ 51 ਦਿਨ ਦੀ ਸੇਵਾ ਲਾਈ ਆ ਉਹਦੇ ਅੰਦਰ ਤੁਸੀਂ ਦੱਸਿਆ ਕਿ भोजन भी नहीं सेवन करते? कुछ भी नहीं करते जी, वहाँ जाके इधर आके सिर्फ चाय पीते हैं, चिलम पीते हैं, और कुछ नहीं हम खाते पीते। ठीक है जी, बस यही हमारी खुराक है, यही जिंदगी, यही चलता है सब। बहुत धन्यवाद। बाबा जी नाल ही बैठे ने, कहंदे ने कि ਜਿਹੜੇ अंध विश्वास कहते हैं ਜਾਂ ਹੋਰ ਕੋਈ ਢੋਂਗਬਾਜ਼ कहते हैं ਉਹਨਾਂ ਨੂੰ मैसेज देना चाहते हैं, की मैसेज देना चाहते हैं? मैं तो ये कहना चाहता हूँ, अंधविश्वास आप खुद ही जब बाबा बैठते हैं, जब धूना चेतन होता है, आप उसकी मेरे को एक परिक्रमा करके बता दो। यहाँ कोई मर्द का लाल, कोई माई का लाल ही बिरला होता है जो 3 परिक्रमा करता है पूरी चेतन होने पर। बाकी सब एक ही परिक्रमा करते हैं और चल जाते हैं। मैं सबसे आखिरी में निकलता हूँ, सबसे निकालने के बाद में जब तक मेरे को ही मालूम मेरी हालत क्या हो जाती है। क्या मैं आज तो मेरे शरीर में ऐसा लग रहा था कि मेरी चमड़ी छोड़ देगी, मेरी भी। ऐसा नहीं है, मैं भी चलम पीता हूँ, मगर ये थोड़ी कि नशा करने के बाद में, नशा तो वहाँ 1 मिनट करता है, 2 मिनट 1 मिनट में स्वाहा हो जाएगा। कितना भी आप पी लो, कितना भी करना बने, आदमी की जब 2000 डिग्री से ऊपर पे, 2000 से डिग्री से ऊपर हो जाता है वहाँ का टेम्परेचर, 800 पे वहाँ कहते हैं कि चांदी भस्म हो जाती है, सोना भस्म हो जाता है, और 1200 पे तकरीबन पे चांदी भस्म हो जाती है, और 2000 पे क्या हो जाता है, लोहा भस्म हो जाता है। कोई वहाँ बीच के अंदर बैठ के बता दे, बोलने तो हैं कि अंधविश्वास है, ये है वो है, जिसके में पिछवाड़े में दम हो वहाँ बैठ के बता